ਇਹ ਜਿਹੜਾ ਮਾਵਾਂ ਧੀਆਂ ਦਾ ਪਿਆਰ ਹੁੰਦਾ ਨਾ, ਹੱਦ ਮੁੱਕ ਗਈ ਯਾਰ। ਇੰਨਾ ਪਿਆਰ ਦੁੱਖ ਸੁੱਖ ਦੀਆਂ ਸਾਂਝਣਾ, ਨਿੱਕੀਆਂ ਨਿੱਕੀਆਂ ਹੁੰਦਿਆਂ ਤੋਂ ਜੰਮਣ ਤੋਂ ਲੈ ਕੇ ਤੇ ਮਰਨ ਤੱਕ ਧੀ ਦਾ ਮਾਂ ਦੇ ਨਾਲ ਜਿਹੜਾ ਰਿਸ਼ਤਾ ਹੈ ਨਾ, ਖਾਸ ਤੌਰ 'ਤੇ ਬਸ ਤੇ ਪੇਕੇ ਜਾਂ ਮਾਂ ਪਿਓ ਜ਼ਾਹਿਰ ਹੈ ਕੋਈ ਆਪਣੀ ਕੀ ਅਹਿਮੀਅਤ ਹੈ, ਲੇਕਿਨ ਮਾਂ ਦਾ ਇੱਕ ਰਿਸ਼ਤਾ ਅਨੋਖਾ ਹੀ ਹੈ। ਮੈਂ ਵੇਖਣਾ ਕਿ ਛੋਟੀ ਜਿਹੀ ਬੱਚੀ ਹੈ, ਪੋਤੀ, ਤੇ ਅੰਮੀ 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 ਆਪਣੀ ਦਾਦੀ ਨੂੰ ਕਹਿੰਦੀ ਰਹਿੰਦੀ ਹੈ। ਫਿਰ ਇਸੇ ਤਰ੍ਹਾਂ ਜਿਹੜੇ ਨਵਾਸੀਆਂ ਨੇ ਉਹ ਵੀ ਇਸੇ ਤਰ੍ਹਾਂ ਹੀ। ਹੁਣ ਜਿਹੜੀ ਇਬਤਦਾਈ ਦਰਸਗਾਹ ਹੈ ਨਾ, ਇਹ ਜਿਹੜੀ ਮਾਂ ਹੈ, ਹਾਏ ਹਾਏ ਹਾਏ, ਮਾਂ ਦੀ ਕੋਖ 'ਚੋਂ ਜਨਮ ਲੈਣਾ ਤੇ ਫਿਰ ਉਸ ਮਾਂ ਦੀ ਆਗੋਸ਼ ਵਿੱਚ ਤਰਬੀਅਤ ਪਾਉਣਾ, ਤੇ ਫਿਰ ਉਹ ਮਾਂ ਕਿ ਜਿਹੜੀ ਪਹਿਲੀ ਯੂਨੀਵਰਸਿਟੀ, ਪਹਿਲਾ ਕਾਲਜ ਔਰ ਪਹਿਲਾ ਸਕੂਲ ਹੈ ਉਸ ਬੱਚੇ ਵਾਸਤੇ ਜਿੱਥੇ ਉਹ ਜੰਮਿਆ, ਉਹਨੇ ਸ਼ੁਰੂ ਗੱਲ ਕਿੱਥੋਂ ਕਰਨੀ ਹੈ? ਇੰਨੀ ਤਕਲੀਫ ਦੇ ਕਿ 9 ਮਹੀਨੇ ਤੱਕ ਆਪਣੇ ਪੇਟ ਦੇ ਵਿੱਚ ਉਸ ਬੱਚੇ ਨੂੰ ਰੱਖ ਕੇ ਤੇ ਉਹਨੇ ਜਿਹੜਾ ਉਹ ਅੱਗੇ ਲੈ ਕੇ ਚੱਲਣਾ ਉਹਨੂੰ ਔਰ ਜਨਮ ਦੇਣਾ, ਔਰ ਉਸ ਤੋਂ ਬਾਅਦ ਤਕਲੀਫਾਂ ਬਰਦਾਸ਼ਤ ਕਰਨੀਆਂ ਨੇ। ਹੁਣ ਜੇ ਮਾਂ ਨਮਾਜ਼ ਪੜ੍ਹਦੀ ਹੋਏਗੀ ਨਾ, ਜਾਂ ਦਾਦੀ ਪੜ੍ਹਦੀ ਹੋਏਗੀ, ਤੇ ਹਾਜਰਾ ਵੀ ਪੜ੍ਹੇਗੀ ਕਿ ਅੰਮੀ ਤੁਸੀਂ ਕੀ ਕਰਦੇ ਹੋ। ਜੇ ਉਹ ਕੁਰਾਨ ਸ਼ਰੀਫ ਪੜ੍ਹਦੀ ਹੋਏਗੀ ਨਾ, ਤੇ ਉਹਨੂੰ ਪਤਾ ਲੱਗ ਜਾਏਗਾ ਕਿ ਦਾਦੀ ਅੱਲਾ ਕਰਨ ਡਈ ਹੈ, ਅੰਮੀ ਅੱਲਾ ਸਵਾਲ ਕਰੇਗੀ। ਇਹ ਉਹ ਮਾਹੌਲ ਹੈ ਕਿ ਇਸ ਮਾਹੌਲ ਵਿੱਚ ਸਾਡੀ ਪਰਵਰਿਸ਼ ਹੋਈ। ਨਿੱਕੇ ਨਿੱਕੇ ਹੁੰਦੇ ਸਾਂ ਤੇ ਨਮਾਜ਼ ਦਾ ਮਿਸ ਕਰਨਾ ਤੇ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ ਕਿ ਬੰਦਾ ਤਸੱਵਰ ਕਰੇ ਕਿ ਜੀ ਇਹ ਕੰਮ ਜਿਹੜਾ ਅਸੀਂ ਨਹੀਂ ਕਰਨਾ। ਫਿਰ ਛੋਟੀ ਹੁੰਦੀਆਂ ਨੇ ਧੀਆਂ ਤੇ ਆ ਕੇ ਹਾਜਰਾ ਉਹ ਛੁਰੀ ਫੜਾ ਦੇ, ਹਾਜਰਾ ਉਹ ਸਿਲਾਈ ਫੜਾ ਦੇ, ਹਾਜਰਾ ਉਹ ਉੱਨ ਦਾ ਗੋਲਾ ਫੜਾ ਦੇ, ਹਾਜਰਾ ਆ ਮੇਜ਼ ਸਾਫ਼ ਕਰ ਦੇ, ਹਾਜਰਾ ਆਪਣੇ ਵੀਰ ਵਾਸਤੇ ਨਾ ਦੁੱਧ ਗਰਮ ਕਰ ਲਿਆ ਜਿਵੇਂ ਵੱਡਿਆ ਹੁਣ। ਹਾਏ ਹਾਏ, ਇਤਨਾ ਪਿਆਰ, ਇਤਨੀ ਸ਼ਫਕਤ, ਇਤਨੀ ਮੁਹੱਬਤ। ਔਰ ਇਹ ਸਕੂਲ ਸਾਰੀ ਉਮਰ ਖੁੱਲ੍ਹਾ ਰਹਿੰਦਾ ਹੈ, ਜਿਹਦੇ 'ਚ ਬੱਚੀਆਂ ਖਾਸ ਤੌਰ 'ਤੇ ਇਹ ਸਿੱਖਦੀਆਂ ਨੇ ਹਰ ਕਦਮ 'ਤੇ ਕਿ ਰਹਿਣਾ ਬਹਿਣਾ ਕਿਵੇਂ ਆ, ਆਏ ਗਏ ਮਹਿਮਾਨ ਦੀ ਖਾਤਰਦਾਰੀ ਕਿਵੇਂ ਕਰਨੀ ਹੈ, ਚੁੰਨੀ ਕਿਵੇਂ ਲੈਣੀ ਹੈ, ਘੁੰਡ ਕਿਹਦੇ ਕੋਲੋਂ ਕੱਢਣਾ, ਚਾਦਰ ਕੀ ਹੁੰਦੀ ਹੈ, ਆਪਣੇ ਜਿਸਮ ਨੂੰ ਛੁਪਾਉਣਾ ਕਿਵੇਂ ਆ, ਕਿਹੜੀਆਂ ਹਦੂਦ ਨੇ ਜਿਨ੍ਹਾਂ ਨੂੰ ਫੋਲੋ ਕਰਨਾ। ਔਰ ਰੋਟੀ ਟੁੱਕਰ ਦੇ ਵਿੱਚ ਅੱਜ ਹਾਂਡੀ ਇਹ ਪਕਾ ਲਈ ਹੈ, ਜੋ ਪਕਾ ਲਈ, ਅਤੇ ਜਿਸ ਵੇਲੇ ਬੱਚੀਆਂ ਵੱਡੀਆਂ ਹੋ ਗਈਆਂ, ਆਪਣੇ ਘਰਾਂ ਟੁਰ ਗਈਆਂ, ਇਹ ਸਕੂਲ ਫਿਰ ਬੰਦ ਨਹੀਂ ਹੋਇਆ। ਹਾਜੇ ਨੇ ਕੀ ਕਰਨੀ ਹੈ? ਮੈਂ ਕਿਹਾ ਹੈ ਸਵੈਟਰ ਬਣਾ ਦੇਵਾਂ ਇਬਰਾਹੀਮ ਲਈ। ਮਾਸ਼ਾਅੱਲਾ, ਅੱਛਾ ਬਣ ਗਿਆ ਸਵੈਟਰ, ਤੇ ਹੁਣ ਕੀ ਕਰਨਾ? ਇਹ ਮੈਂ ਆਨੀ ਹਾਂ ਬਈ ਇਹ ਹਾਜਰਾ ਲਈ ਵੀ ਕੋਈ ਸ਼ੈ ਮੈਂ ਬਣਾ ਦੇਵਾਂ, ਜੋ ਵੀ ਬਣ ਗਿਆ। ਯਾਨੀ ਸਾਰੀ ਜ਼ਿੰਦਗੀ ਔਲਾਦ ਦੀ ਖਿਦਮਤ, ਔਲਾਦ ਨੂੰ ਉਸ ਮਾਹੌਲ ਦੇ ਵਿੱਚ ਉਹਦੀ ਪਰਵਰਿਸ਼, ਜਿਸ ਮਾਹੌਲ ਦੇ ਵਿੱਚ ਕੋਈ ਜਿਹੜੀ ਫਾਰਮਲ ਦਰਸਗਾਹ ਹੈ ਨਾ, ਉੱਥੇ ਵਕਤ ਲੱਗਦਾ, ਪੈਸੇ ਲੱਗਦੇ ਨੇ। ਇਹ ਬਿਲਕੁਲ ਫੀਸ ਫਰੀ ਐਜੂਕੇਸ਼ਨ ਜਿਹੜੀ ਹੈ ਇੱਕ ਮਾਂ ਦਾ ਇਦਾਰਾ ਹੀ ਜਿਹੜਾ ਨਾ ਉਹ ਦੇ ਸਕਦਾ। ਅਤੇ ਫਿਰ ਜੇ ਕੋਈ ਦੁੱਖ ਸੁੱਖ ਹੋਵੇ ਧੀ ਨੂੰ, ਅਤੇ ਮਾਂ ਉਹਦੀ ਕਾਉਂਸਲਰ ਹੈ, ਐਂਪੈਥੈਟਿਕ ਹੈ, ਉਹਨੂੰ ਪਤਾ ਕਿ ਮੈਨੂੰ ਇਸ ਘਰ 'ਚੋਂ ਕੋਈ ਨਾ ਕੋਈ ਸ਼ੈ ਲੱਭ ਹੀ ਜਾਣੀ ਹੈ। ਅੰਮਾ ਇਹ ਹੋਇਆ, ਜੇ ਕੋਈ ਗਲਤੀ ਹੋਈ ਹੈ ਤਾਂ ਅੰਮਾ ਇਹ ਗੱਲ ਹੋਇਆ, ਅਤੇ ਮਾਂ ਨੇ ਜੇ 4 ਅਥਰੂ ਸੁੱਟ ਲੈਣੇ ਨਾ,
ਤੇ ਨਾਲ ਉਹਨੂੰ ਹੌਸਲਾ ਵੀ ਦੇਣਾ, ਕੋਈ ਗੱਲ ਨਹੀਂ ਧੀਏ, ਬਿਲਕੁਲ ਫਿਕਰ ਨਹੀਂ ਕਰਨਾ ਤੂੰ, ਠੀਕ ਹੋ ਜਾਏਗਾ ਮਾਮਲਾ। ਫਿਰ ਜੇ ਟੁੱਟ ਜਾਣਾ ਆਪਣੇ ਸਸੁਰਾਲ ਧੀ ਨੇ, ਤੇ ਉੱਥੇ ਜਾ ਕੇ ਵੀ ਜਿਹੜਾ ਨਾ ਉਹਨੇ ਪਿਛਾਂ ਰਾਬਤਾ ਆਪਣੀ ਮਾਂ ਨਾਲ ਹੀ ਰੱਖਣਾ। ਅੰਮੀ ਅੱਜ ਇਹ ਹੋਇਆ, ਅੰਮੀ ਅੱਜ ਇਹ ਹੋਇਆ, ਤੇ ਅੰਮੀ ਜੇ ਅੱਗੋਂ ਇਹ ਆਖੇ ਨਾ ਧੀ ਨੂੰ ਕਿ ਚਪੇੜ ਮਾਰਨੀ ਸੀ ਮੂੰਹ ਤੇ, ਉਹ ਮਾਂ ਕਦੀ ਉਹ ਤਾਂ ਫਿਰ ਦੁਸ਼ਮਣ ਹੋ ਗਈ। ਤੇ ਜੇ ਉਹਨੇ ਇਹ ਆਖਣਾ ਨਾ ਕਿ ਧੀਏ ਇੰਝ ਹੀ ਹੁੰਦਾ ਜਦੋਂ ਨਵੇਂ ਨਵੇਂ ਜਾਈਏ, ਇਹ ਹੌਲੀ ਹੌਲੀ ਚੀਜ਼ਾਂ ਸਿੱਧੀਆਂ ਹੋ ਜਾਂਦੀਆਂ, ਠੀਕ ਹੋ ਜਾਂਦੀਆਂ। ਤੇ ਤੂੰ ਨਾ ਗੁੱਸਾ ਨਹੀਂ ਕਰਨਾ, ਉਹ ਤੇਰਾ ਮਾਂ ਪਿਓ ਹੈ, ਉਹ ਤੇਰੇ ਭੈਣ ਭਰਾ ਨੇ, ਉਹ ਤੇਰਾ ਹੀ ਟੱਬਰ ਹੈ ਜਿਵੇਂ ਅਸੀਂ ਹਾਂ। ਤੇ ਕੁੜੀਆਂ ਫਿਰ ਬੱਚੀਆਂ ਵਸ ਜਾਂਦੀਆਂ ਨੇ। ਔਰ ਇਸ ਐਸੀ ਹੌਬੀ ਹੈ, ਐਸੀ ਦਰਸਗਾਹ ਹੈ, ਐਸਾ ਵਕੀਲ ਹੈ ਇਹ ਰਿਸ਼ਤਾ ਮਾਂ ਦਾ, ਕਿ ਇਹਦੇ 'ਚ ਸਾਰੀ ਉਮਰ ਉਹ ਆਪਣੇ ਧੀਆਂ ਦੀ ਬੱਚਿਆਂ ਦੀ ਵਕਾਲਤ ਵੀ ਕਰਦੀ ਹੈ, ਉਹਨਾਂ ਦੀ ਫੈਸਿਲੀਟੇਟਰ ਵੀ ਹੈ, ਉਹ ਇੱਕ ਪੁਲ ਵੀ ਹੈ ਜਿਹੜਾ ਉਹਨਾਂ ਬੱਚਿਆਂ ਦੇ ਅਤੇ ਪਿਓ ਦੇ ਦਰਮਿਆਨ ਜਾਂ ਉਸ ਇਨ ਲਾਜ਼ ਦੇ ਦਰਮਿਆਨ, ਯਾਨੀ ਕੀ ਕੁਝ ਦੱਸੀਏ ਕਿ ਉਹ ਜਿਵੇਂ ਕਹਿੰਦੇ ਨੇ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ, ਪਤਾ ਨਹੀਂ ਰੱਬ ਨੇ ਇਹਨਾਂ ਦੇ ਦਿਲ ਕਿੰਨੇ ਡੂੰਘੇ, ਕਿੰਨੇ ਕਰੀਮ, ਕਿੰਨੇ ਹਲੀਮ ਬਣਾ ਛੜੇ ਨੇ ਕਿ ਇਤਨਾ ਪਿਆਰ, ਇਤਨਾ ਪਿਆਰ। ਇਹਨਾਂ ਨਿਹਮਤਾਂ ਦੀ ਕਦਰ ਕਰਿਆ ਕਰੋ, ਇਹਨਾਂ ਦੀ ਤਰਬੀਅਤ ਕੋਲੋਂ ਆਪਣੇ ਬੱਚਿਆਂ ਨੂੰ ਕਿਹਾ ਕਰੋ ਸਿੱਖਣ ਕਰਨ। ਇਹ ਜਦੋਂ ਦਾਦੀ ਦਾਦੇ ਜਾਂ ਨਾਨੀ ਨਾਨੇ ਦੇ ਰੂਪ 'ਚ ਹੋਣ, ਇਹਨਾਂ ਦੇ ਤਾਂ ਵੀ ਬੜੇ ਕੀਮਤੀ ਸਕੂਲ ਨੇ। ਤੁਸੀਂ ਦੁਨੀਆ ਸਾਰੀ ਦੀ ਤਾਲੀਮ ਹਾਸਲ ਕਰ ਲਓ, ਲੇਕਿਨ ਉਹ ਤਾਲੀਮ ਜੇ ਇੱਕ ਮਾਂ ਦੇ, ਦਾਦੀ ਦੇ, ਦਾਦੇ ਦੇ, ਨਾਨੀ ਦੇ, ਨਾਨੇ ਦੇ ਸਕੂਲ ਦੀ ਤਾਲੀਮ ਹੈ ਨਾ, ਇਹਦਾ ਕੋਈ ਤੋੜ ਨਹੀਂ, ਇਹਦਾ ਕੋਈ ਜੋੜ ਨਹੀਂ।